ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਵਿਜ਼ਟਰ ਵੀਜ਼ਾ ਬਾਰੇ ਜਾਣਕਾਰੀ ਦੇਵਾਂਗੇ ਕਿ ਕਿਹੜੇ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਵਿਜ਼ਟਰ ਵੀਜ਼ਾ ਰਿਜੈਕਟ ਹੁੰਦਾ ਹੈ ਤੇ ਕਿਹੜੇ ਡਾਕੂਮੈਂਟਸ ਲਗਾਉਣ ਨਾਲ ਤੁਸੀਂ ਆਪਣੀ ਫਾਈਲ ਹੋਰ ਸਟਰੋਂਗ ਕਰ ਸਕਦੇ ਹੋ। ਉਸ ਬਾਰੇ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ। ਅੱਜ ਦੀ ਵੀਡੀਓ ਜ਼ਰੂਰ ਦੇਖਣਾ। ਇਹ ਥੋੜੀ ਲੰਬੀ ਤਾਂ ਹੋ ਸਕਦੀ ਹੈ ਪਰ ਇਹ ਬਹੁਤ ਇੰਪੋਰਟੈਂਟ ਹੈ। ਜਿਨ੍ਹਾਂ ਨੇ ਕਿਸੇ ਹੋਰ ਕੈਟਾਗਰੀ ਲਈ ਅਪਲਾਈ ਕਰਨਾ ਹੈ ਉਹ ਵੀ ਇੱਕ ਵਾਰ ਜ਼ਰੂਰ ਦੇਖਣ, ਕਿਉਂਕਿ ਇਸ ਦੇ ਵਿੱਚ ਅਸੀਂ ਸਾਰੇ ਡਾਕੂਮੈਂਟਸ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਤੇ ਤੁਸੀਂ ਆਪਣੇ ਲਾਸਟ ਦੇ ਵਿੱਚ ਫੀਡਬੈਕ ਵੀ ਜ਼ਰੂਰ ਦੇਣਾ, ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਕਿਹੜੀਆਂ ਚੀਜ਼ਾਂ ਅਸੀਂ ਹੋਰ ਇੰਪਰੂਵ ਕਰ ਸਕਦੇ ਹਾਂ ਜਿਸ ਨਾਲ ਤੁਹਾਨੂੰ ਜ਼ਿਆਦਾ ਕਲੈਰਿਟੀ ਹੋਵੇ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਜਦ ਤੁਸੀਂ ਸਭ ਤੋਂ ਪਹਿਲਾਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਸਬਮਿਟ ਕਰਦੇ ਹੋ ਤਾਂ ਉਹ ਵੀਜ਼ਾ ਆਫੀਸਰ ਕੋਲੇ ਜਾਂਦੀ ਹੈ ਤੇ ਵੀਜ਼ਾ ਆਫੀਸਰ ਵੀਜ਼ਾ ਤੁਹਾਨੂੰ ਤੁਹਾਡੇ ਡਾਕੂਮੈਂਟਸ ਦੇ ਆਧਾਰ ਤੇ ਦਿੰਦਾ ਹੈ, ਕਿਉਂਕਿ ਉਹ ਤੁਹਾਡੇ ਤੋਂ ਕੋਈ ਕੁਐਸਚਨ ਦਾ ਪੁੱਛਦਾ ਨਹੀਂ ਹੈ। ਜਿਹੜੇ ਤੁਸੀਂ ਡਾਕੂਮੈਂਟ ਲਗਾਏ ਹਨ ਉਸ ਤੋਂ ਹੀ ਉਸਨੇ ਫੈਸਲਾ ਕਰਨਾ ਹੁੰਦਾ ਹੈ ਕਿ ਤੁਹਾਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ। ਤੇ ਜਿਹੜੇ ਵੀਜ਼ਾ ਆਫੀਸਰ ਹੁੰਦੇ ਨੇ ਉਹ ਪੂਰੇ ਵੈਲ ਟ੍ਰੇਨਡ ਆਫੀਸਰ ਹੁੰਦੇ ਹਨ, ਜਿਹੜੇ ਹਰ ਰੋਜ਼ ਕਿੰਨੀਆਂ ਫਾਈਲਸ ਪ੍ਰੋਸੈਸ ਕਰਦੇ ਹਨ। ਤਾਂ ਉਹਨਾਂ ਨੂੰ ਡਾਕੂਮੈਂਟਸ ਦੇ ਹਿਸਾਬ ਨਾਲ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਤੁਸੀਂ ਜਿਹੜੇ ਡਾਕੂਮੈਂਟਸ ਦਿੱਤੇ ਹਨ ਉਹ ਕਿੰਨੇ ਸਹੀ ਹਨ ਕਿੰਨੇ ਨਹੀਂ। ਇਸ ਲਈ ਵਿਜ਼ਟਰ ਵੀਜ਼ਾ ਜਾਂ ਕੋਈ ਹੋਰ ਕੈਟਾਗਰੀ ਲਈ ਜੇ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਡਾਕੂਮੈਂਟਸ ਉਸ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ। ਤਾਂ ਹੁਣ ਗੱਲ ਕਰਦੇ ਹਾਂ ਕਿ ਕਿਹੜੇ ਛੋਟੇ ਛੋਟੇ ਡਾਕੂਮੈਂਟਸ ਹਨ ਜਿਨ੍ਹਾਂ ਦੇ ਨਾਲ ਲਗਾਉਣ ਨਾਲ ਤੁਹਾਡੀ ਹੋਰ ਵੀਜ਼ਾ ਫਾਈਲ ਜਿਹੜੀ ਸਟਰੋਂਗ ਹੁੰਦੀ ਹੈ, ਆਫੀਸਰ ਨੂੰ ਹੋਰ ਕਲੈਰਿਟੀ ਹੁੰਦੀ ਹੈ। ਤੇ ਇੱਕ ਗੱਲ ਜ਼ਰੂਰ ਨੋਟ ਕਰ ਲੈਣਾ, ਇਹ ਕੋਈ ਲੀਗਲ ਐਡਵਾਈਸ ਨਹੀਂ ਦਿੱਤੀ ਜਾ ਰਹੀ। ਅਸੀਂ ਸਿਰਫ ਆਪਣੇ ਐਕਸਪੀਰੀਅੰਸ ਦੇ ਬੇਸ 'ਤੇ, ਆਪਣੀ ਸਟੱਡੀ ਦੇ ਬੇਸ 'ਤੇ, ਆਪਣਾ ਜੋ ਵੀ ਅਸੀਂ ਰਿਸਰਚ ਕੀਤੀ ਹੈ ਇਸ ਬਾਰੇ ਉਸ ਦੇ ਬੇਸ 'ਤੇ ਵੀਡੀਓ ਬਣਾ ਰਹੇ ਹਾਂ ਤੇ ਅਸੀਂ ਤੁਹਾਡੇ ਨਾਲ ਸਿਰਫ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ। ਜਦ ਵੀ ਤੁਸੀਂ ਫਾਈਲ ਅਪਲਾਈ ਕਰਨੀ ਹੈ ਤਾਂ ਤੁਸੀਂ ਆਪਣੀ ਖੁਦ ਰਿਸਰਚ ਕਰੋ। ਕਿਸੇ 'ਤੇ ਵਿਸ਼ਵਾਸ ਨਾ ਕਰੋ, ਨਾ ਸਾਡੇ 'ਤੇ ਕਰੋ, ਨਾ ਕਿਸੇ ਏਜੰਟ 'ਤੇ ਕਰੋ, ਨਾ ਕਿਸੇ 'ਤੇ ਹੋਰ ਕਰੋ। ਤੁਸੀਂ ਆਪਣੀ ਖੁਦ ਰਿਸਰਚ ਕਰੋ ਕਿ ਕਿਹੜੇ ਡਾਕੂਮੈਂਟਸ ਤੁਹਾਡੇ ਕੇਸ ਦੇ ਅਕੋਰਡਿੰਗ ਜ਼ਰੂਰੀ ਹਨ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨਵੀਟੇਸ਼ਨ ਲੈਟਰ ਦੀ। ਜੇ ਤੁਸੀਂ ਕੈਨੇਡਾ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਤੁਹਾਡੇ ਫੈਮਿਲੀ ਮੈਂਬਰ ਜਾਂ ਰਿਲੇਟਿਵ ਜਿਸ ਨੂੰ ਤੁਸੀਂ ਮਿਲਣ ਆਉਣਾ ਹੈ ਜਾਂ ਜਿਸ ਨਾਲ ਘੁੰਮਣ ਆਉਣਾ ਹੈ ਉਸ ਤੋਂ ਇੱਕ ਇਨਵੀਟੇਸ਼ਨ ਲੈਟਰ ਚਾਹੀਦਾ ਹੈ, ਜੋ ਕਿ ਤੁਹਾਡੇ ਫੈਮਿਲੀ ਜਾਂ ਰਿਲੇਟਿਵ ਵੱਲੋਂ ਤੁਹਾਨੂੰ ਦਿੱਤਾ ਜਾਏਗਾ ਕਿ ਹਾਂ ਕਿ ਮੈਂ ਇਸ ਆਪਣੇ ਬ੍ਰਦਰ ਜਾਂ ਸਿਸਟਰ ਨੂੰ ਜਾਂ ਰਿਲੇਟਿਵ ਨੂੰ ਕੈਨੇਡਾ ਇੰਨੇ ਟਾਈਮ ਲਈ ਬੁਲਾਉਣਾ ਹੈ। ਜੇ ਇਨਵੀਟੇਸ਼ਨ ਵਿੱਚ ਪਲਾਨ ਵੀ ਐਕਸਪਲੇਨ ਕਰੋ ਕਿ ਜੇ ਤੁਸੀਂ 10 ਦਿਨ ਲਈ ਘੁੰਮਣ ਆ ਰਹੇ ਹੋ ਤਾਂ 10 ਦਿਨ ਤੁਸੀਂ ਕਿੱਥੇ ਟਾਈਮ ਸਪੈਂਡ ਕਰਨਾ ਹੈ, ਕਿੱਥੇ ਘੁੰਮਣ ਜਾਣਾ ਹੈ, ਉੱਥੋਂ ਦੀ ਕੋਈ ਰਿਜ਼ਰਵੇਸ਼ਨ ਹੈ ਤਾਂ ਉਹਦੇ ਡਾਕੂਮੈਂਟਸ ਵੀ ਲਗਾਓ। ਜਾਂ ਫਿਰ ਤੁਸੀਂ ਘਰ ਦੇ ਤੁਹਾਡੇ ਰਿਲੇਟਿਵ ਜਾਂ ਫਰੈਂਡ ਨੇ ਘਰ ਲਿਆ ਹੈ, ਉਸਨੇ ਕੋਈ ਫੰਕਸ਼ਨ ਰੱਖਿਆ ਉਸ ਲਈ ਆਉਣਾ ਹੈ ਤਾਂ ਉਸ ਦੇ ਰਿਲੇਟਡ ਰਿਜ਼ਰਵੇਸ਼ਨ ਹੋ ਸਕਦੀਆਂ ਨੇ। ਫੂਡ ਜਿੱਥੋਂ ਮੰਗਵਾਉਣਾ ਹੈ ਉੱਥੋਂ ਦੀ ਰਿਜ਼ਰਵੇਸ਼ਨ ਹੋ ਸਕਦੀ ਹੈ। ਘਰ ਦੇ ਡੈਕੋਰੇਸ਼ਨ ਲਈ ਤੁਸੀਂ ਬੁੱਕ ਕੀਤਾ ਹੋ ਸਕਦਾ ਹੈ ਕੋਈ, ਤਾਂ ਉਹ ਰਿਜ਼ਰਵੇਸ਼ਨ ਵੀ ਲਗਾ ਸਕਦੇ ਹੋ। ਤਾਂ ਮਤਲਬ ਇਹ ਹੈ ਕਿ ਇਨਵੀਟੇਸ਼ਨ ਲੈਟਰ ਵਿੱਚ ਕਲੀਅਰ ਕਰੋ ਕਿ ਕਿੰਨੇ ਦਿਨ ਲਈ ਤੁਸੀਂ ਬੁਲਾ ਰਹੇ ਹੋ ਤੇ ਉਸ ਦਿਨਾਂ ਲਈ ਕੀ ਪਲਾਨ ਹੈ ਤੁਹਾਡਾ। ਹੁਣ ਅਗਲਾ ਗੱਲ ਕਰਦੇ ਹਾਂ ਕਿ ਸ਼ਾਰਟ ਟਰਮ ਲਈ ਜਾਂ ਫਿਰ ਲੌਂਗ ਟਰਮ ਲਈ ਤੁਸੀਂ ਅਪਲਾਈ ਕੀਤਾ ਹੈ। ਜੇ ਹੁਣ ਤੁਸੀਂ 2-3 ਮਹੀਨਿਆਂ ਲਈ ਅਪਲਾਈ ਕਰਦੇ ਹੋ ਤਾਂ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਤੁਹਾਡੀਆਂ ਜਿਹੜੀਆਂ ਬੈਕ ਹੋਮ ਤੁਹਾਡੇ 'ਤੇ ਰਿਸਪੌਂਸਿਬਿਲਿਟੀਜ਼ ਹਨ, ਜਿਸ ਲਈ ਤੁਸੀਂ ਕਹਿ ਰਹੇ ਹੋ ਅਸੀਂ ਵਾਪਸ ਜਾਣਾ ਹੈ, ਉਹ ਤੁਹਾਡੇ ਲਈ ਘੱਟ ਜ਼ਰੂਰੀ ਹਨ, ਕਿਉਂਕਿ 2-3 ਮਹੀਨਿਆਂ ਦਾ ਲੰਬਾ ਸਮਾਂ ਹੁੰਦਾ ਹੈ। ਉਸ ਲਈ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਕੌਣ ਸੰਭਾਲੇਗਾ। ਜੇ ਹੁਣ ਤੁਸੀਂ 10-15 ਦਿਨਾਂ ਲਈ ਵੀਜ਼ਾ ਅਪਲਾਈ ਕਰ ਰਹੇ ਹੋ ਕਿ ਸਿਰਫ 10-15 ਦਿਨ ਲਈ ਕੈਨੇਡਾ ਦੇ ਵਿੱਚ ਆਉਣਾ ਹੈ, ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਰਿਸਪੌਂਸਿਬਿਲਿਟੀਜ਼ ਦੀ ਤੁਸੀਂ ਡਾਕੂਮੈਂਟ ਵਿੱਚ ਗੱਲ ਕਰ ਰਹੇ ਹੋ ਤੁਹਾਡੇ ਲਈ ਕਿੰਨੀ ਜ਼ਰੂਰੀਆਂ ਹਨ। ਤੁਸੀਂ 10-15 ਦਿਨ ਤੋਂ ਜ਼ਿਆਦਾ ਨਹੀਂ ਰੁਕ ਸਕਦੇ, ਚਾਹੇ ਤੁਸੀਂ ਖਰਚਾ ਕਰਕੇ ਕੈਨੇਡਾ ਦੇ ਵਿੱਚ ਆ ਰਹੇ ਹੋ, ਪਰ ਤੁਸੀਂ ਇੰਨੇ ਟਾਈਮ ਲਈ ਹੀ ਰੁਕਣਾ ਹੈ। ਹੁਣ ਅੱਗੇ ਗੱਲ ਕਰਦੇ ਹਾਂ ਫੰਡਸ ਬਾਰੇ। ਤਾਂ ਜਿੰਨੇ ਟਾਈਮ ਲਈ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਉਸ ਲਈ ਤੁਸੀਂ ਖੁਦ ਕੈਲਕੂਲੇਟ ਕਰੋ ਕਿ ਕਿੰਨਾ ਖਰਚਾ ਚਾਹੀਦਾ ਹੈ, ਤਾਂ ਉਸ ਨੂੰ ਥੋੜ੍ਹਾ ਜ਼ਿਆਦਾ ਹੀ ਤੁਸੀਂ ਆਪਣੇ ਫੰਡ ਸ਼ੋਅ ਕਰੋ। ਇੱਕ ਐਗਜ਼ਾਮਪਲ ਦੇ ਤੌਰ 'ਤੇ $1000 ਸ਼ੋਅ ਕਰ ਰਹੇ ਹੋ ਫੰਡ, ਤਾਂ ਉਸ ਤੋਂ ਆਫਿਸਰ ਨੂੰ ਵੀ ਪਤਾ ਚੱਲੇਗਾ ਕਿ ਇਸ $1000 ਨਾਲ ਕੁਛ ਨਹੀਂ ਹੋਣਾ, ਉਸ ਨਾਲ ਤਾਂ ਟਿਕਟ ਹੀ ਖਰੀਦੀ ਜਾਏਗੀ। ਤਾਂ ਬਾਕੀ ਦਿਨ ਤੁਸੀਂ ਕਿੱਦਾਂ ਕੈਨੇਡਾ ਦੇ ਵਿੱਚ ਰਹਿਣਾ ਹੈ। ਜੇ ਤੁਸੀਂ 10-15 ਦਿਨ ਲਈ ਆ ਰਹੇ ਹੋ ਤਾਂ ਤੁਹਾਡਾ ਟਰੈਵਲ ਜੋ ਟਿਕਟ ਹੈ ਉਹਦੇ ਐਕਸਪੈਂਸਿਸ, ਤੁਸੀਂ 10-15 ਦਿਨ ਕੈਨੇਡਾ ਦੇ ਵਿੱਚ ਰਹਿਣਾ ਹੈ ਉਹਦਾ ਖਰਚਾ, ਤਾਂ ਉਹ ਸਾਰੇ ਤੁਸੀਂ ਫੰਡ ਸ਼ੋਅ ਕਰੋ ਤੇ ਫੰਡਸ ਦੀਆਂ ਬੈਂਕ ਸਟੇਟਮੈਂਟ ਲਗਾਓ। ਜਾਂ ਫਿਰ ਜੋ ਵੀ ਤੁਹਾਨੂੰ ਇਨਵਾਈਟ ਕਰ ਰਿਹਾ ਹੈ, ਜੇ ਉਹ ਤੁਹਾਡਾ ਸਾਰਾ ਖਰਚਾ ਚੱਕੇਗਾ ਕੈਨੇਡਾ ਵਿੱਚ ਰਹਿਣ ਦਾ, ਤਾਂ ਉਸ ਨੂੰ ਵੀ ਸਾਰੇ ਡਾਕੂਮੈਂਟ ਲਗਾਉਣੇ ਚਾਹੀਦੇ ਹਨ ਕਿ ਉਹ ਕੈਨੇਡਾ ਵਿੱਚ ਜੌਬ ਕਿੱਥੇ ਕਰ ਰਿਹਾ ਹੈ, ਉਹਦਾ ਜੌਬ ਲੈਟਰ, ਉਹਦੀ ਮੰਥਲੀ ਇਨਕਮ ਕਿੰਨੀ ਹੈ, ਉਹਦੇ ਖੁਦ ਦੇ ਐਕਸਪੈਂਸਿਸ ਕਿੰਨੇ ਹਨ। ਉਹ ਚੀਜ਼ਾਂ ਮੈਂਸ਼ਨ ਕਰਨੀਆਂ ਬਹੁਤ ਜ਼ਰੂਰੀ ਹਨ, ਜਿਸ ਨਾਲ ਹੋਰ ਫਾਈਨੈਂਸ਼ੀਅਲੀ ਕਲੈਰਿਟੀ ਹੋਏਗੀ ਕਿ ਹਾਂ ਜਿੰਨੇ ਦਿਨ ਵੀ ਲਈ ਵੀ ਇਸ ਕੈਂਡੀਡੇਟ ਨੇ ਆਉਣਾ ਹੈ ਇਹ ਫਾਈਨੈਂਸ਼ੀਅਲੀ ਸਟਰੋਂਗ ਹੈ।
ਹੁਣ ਅਗਲੀ ਗੱਲ ਕਰਦੇ ਹਾਂ 에ਅਰ ਟਿਕਟ ਜਾਂ ਹੋਟਲ ਰਿਜ਼ਰਵੇਸ਼ਨ ਬਾਰੇ। ਜੇ ਤੁਸੀਂ ਕੈਨੇਡਾ ਲਈ ਘੁੰਮਣ ਆ ਰਹੇ ਹੋ ਜਾਂ ਫਿਰ ਕਿਸੇ ਫੰਕਸ਼ਨ ਲਈ ਆ ਰਹੇ ਹੋ ਤਾਂ ਤੁਸੀਂ ਆਉਣ ਤੇ ਜਾਣ ਦੀ ਟਿਕਟ ਰਿਜ਼ਰਵੇਸ਼ਨ ਕੀਤੀ ਹੈ। ਜੇ ਰਿਜ਼ਰਵੇਸ਼ਨ ਕੀਤੀ ਹੈ ਤਾਂ ਉਸ ਦੇ ਡਾਕੂਮੈਂਟ ਵੀ ਲਗਾਓ ਤੇ ਤੁਸੀਂ ਵਿਦਆਊਟ ਪ੍ਰੀ ਪੇਇੰਗ ਤੇ ਹੋਟਲ ਰਿਜ਼ਰਵੇਸ਼ਨ ਕਰ ਸਕਦੇ ਹੋ। ਅਸੀਂ ਇਸ ਵੀਡੀਓ ਵਿੱਚ ਇਹ ਜਾਣਕਾਰੀ ਨਹੀਂ ਦੇਵਾਂਗੇ ਜ਼ਿਆਦਾ ਵਿਸਤਾਰ ਵਿੱਚ ਕਿ ਕਿਵੇਂ ਤੁਸੀਂ ਇਹ ਰਿਜ਼ਰਵੇਸ਼ਨ ਕਰ ਸਕਦੇ ਹੋ, ਪਰ ਜੇ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਇਸ ਬਾਰੇ ਵੀ ਹੋਰ ਤੁਹਾਨੂੰ ਵਿਸਤਾਰ ਵਿੱਚ ਜਾਣਕਾਰੀ ਦੇਵਾਂਗੇ ਕਿ ਕਿਵੇਂ ਤੁਸੀਂ ਰਿਜ਼ਰਵੇਸ਼ਨਸ ਕਰ ਸਕਦੇ ਹੋ। ਤੇ ਇਹ ਡਾਕੂਮੈਂਟਸ ਵੀ ਬਹੁਤ ਹੈਲਪਫੁਲ ਕਰਦੇ ਹਨ, ਜਿਸ ਨਾਲ ਵੀਜ਼ਾ ਆਫਿਸਰ ਨੂੰ ਵੀ ਕਲੈਰਿਟੀ ਹੁੰਦੀ ਹੈ ਕਿ ਤੁਸੀਂ ਰਿਜ਼ਰਵੇਸ਼ਨ ਕੀਤੀ ਹੈ, ਤੁਸੀਂ ਇੰਨੇ ਦਿਨ ਲਈ ਵੀਜ਼ਾ ਅਪਲਾਈ ਕੀਤਾ ਹੈ, ਇੰਨੇ ਦਿਨ ਨੂੰ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਕਰਨਾ ਹੈ ਤੇ ਇੰਨੇ ਦਿਨ ਰੁਕਣਾ ਹੈ ਤੇ ਇੰਨੇ ਦਿਨ ਬਾਅਦ ਵਾਪਸ ਜਾਣਾ ਹੈ। ਤੇ ਡਾਕੂਮੈਂਟਸ ਦੇ ਵਿੱਚ ਤੁਸੀਂ ਇਹ ਵੀ ਕਲੀਅਰ ਕਰੋ ਕਿ ਪਿੱਛੇ ਕਿਹੜੇ ਤੁਹਾਡੇ ਫੈਮਿਲੀ ਮੈਂਬਰਸ ਹਨ ਜਿਨ੍ਹਾਂ ਨੂੰ ਛੱਡ ਕੇ ਤੁਸੀਂ ਕੁਝ ਦਿਨ ਲਈ ਕੈਨੇਡਾ ਆ ਰਹੇ ਹੋ। ਜਿਵੇਂ ਤੁਹਾਡੀ ਵਾਈਫ ਹੋ ਗਈ, ਬੱਚੇ ਹੋ ਗਏ, ਮਦਰ ਜਾਂ ਫਾਦਰ ਹੋ ਗਿਆ, ਤਾਂ ਉਹਨਾਂ ਬਾਰੇ ਵੀ ਉਸ ਬਾਰੇ ਵੀ ਹੋਰ ਕਲੈਰਿਟੀ ਦਿਓ, ਕਿਉਂਕਿ ਜਿਵੇਂ ਵਾਈਫ ਹੋ ਗਏ ਜਾਂ ਬੱਚੇ ਹੋ ਗਏ ਤੁਹਾਡੇ 'ਤੇ ਡਿਪੈਂਡ ਹਨ। ਤਾਂ ਇਸ ਤੋਂ ਹੋਰ ਕਲੈਰਿਟੀ ਹੁੰਦੀ ਹੈ ਕਿ ਇਹਨਾਂ ਲਈ ਤੁਸੀਂ ਵਾਪਸ ਜਾਓਗੇ। ਸਭ ਤੋਂ ਮੇਨ ਡਾਕੂਮੈਂਟਸ ਜਿੰਨੇ ਜ਼ਿਆਦਾ ਤੁਸੀਂ ਲਗਾ ਸਕਦੇ ਹੋ, ਜਿਸ ਤੋਂ ਕਲੈਰਿਟੀ ਹੋ ਸਕੇ ਕਿ ਹਾਂ ਤੁਹਾਡਾ ਵਾਪਸ ਮੁੜਨਾ ਬਹੁਤ ਜ਼ਰੂਰੀ ਹੈ, ਜ਼ਿਆਦਾ ਤੋਂ ਜ਼ਿਆਦਾ ਲਗਾਓ। ਤੇ ਹੁਣ ਅੱਗੇ ਗੱਲ ਕਰਦੇ ਹਾਂ ਜੌਬ ਦੀ। ਜੇ ਤੁਸੀਂ ਜੌਬ ਕਰਦੇ ਹੋ ਤਾਂ ਉਸ ਦੀ ਡਿਟੇਲ ਦੱਸੋ, ਤੁਸੀਂ ਕਿੱਥੇ ਜੌਬ ਕਰਦੇ ਹੋ, ਕਿੰਨੇ ਲੰਬੇ ਸਮੇਂ ਤੋਂ ਜੌਬ ਕਰਦੇ ਹੋ। ਜੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਜੌਬ ਕਰ ਰਹੇ ਹੋ ਕਿਸੇ ਇੱਕ ਆਰਗੇਨਾਈਜੇਸ਼ਨ ਨਾਲ ਤਾਂ ਉਸ ਨਾਲ ਹੋਰ ਸਟਰੋਂਗ ਹੁੰਦਾ ਹੈ ਕੇਸ, ਕਿਉਂਕਿ ਇੱਕ ਹੋਰ ਟਰਸਟ ਬਣਦਾ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਆਰਗੇਨਾਈਜੇਸ਼ਨ ਨਾਲ ਜੁੜੇ ਹੋ, ਤੁਸੀਂ ਕੁਝ ਦਿਨ ਦੀ ਛੁੱਟੀ ਲਈ ਹੈ ਤੇ ਫਿਰ ਤੁਸੀਂ ਬੈਕ ਜਾ ਕੇ ਉੱਥੇ ਜੁਆਇਨ ਕਰੋਗੇ ਹੀ। ਤੇ ਤੁਸੀਂ ਆਪਣੇ ਪੇ ਸਕੇਲ ਬਾਰੇ ਵੀ ਦੱਸੋ। ਜੇ ਤੁਹਾਡੀ ਬੈਂਕ ਦੇ ਰਾਹੀਂ ਪੇ ਆਉਂਦੀ ਹੈ ਤਾਂ ਤੁਸੀਂ ਉਹ ਬੈਂਕ ਸਟੇਟਮੈਂਟਸ ਵੀ ਲਗਾਓ। ਤੇ ਜਿੰਨੇ ਦਿਨ ਲਈ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਹੈ ਉਸ ਦਿਨ ਦਾ ਲੀਵ ਲੈਟਰ ਲਓ ਤੁਹਾਡੀ ਜੌਬ ਤੋਂ, ਤੇ ਉਸ ਦੇ ਵਿੱਚ ਪ੍ਰੋਪਰ ਡੇਟ ਮੈਂਸ਼ਨ ਹੋਣੀਆਂ ਚਾਹੀਦੀਆਂ ਨੇ ਕਿ ਕਿਸ ਡੇਟ ਨੂੰ ਤੁਸੀਂ ਜਾ ਕੇ ਵਾਪਸ ਜੁਆਇਨ ਕਰਨੀ ਹੈ ਆਪਣੀ ਜੌਬ। ਜੇ ਤੁਸੀਂ ਜੌਬ ਨਹੀਂ ਕਰਦੇ, ਕੋਈ ਬਿਜ਼ਨਸ ਕਰਦੇ ਹੋ ਜਾਂ ਫਿਰ ਸ਼ੌਪ ਆ ਤੁਹਾਡੀ ਜਾਂ ਕੋਈ ਖੇਤੀਬਾੜੀ ਕਰਦੇ ਹੋ, ਕੁਝ ਵੀ ਕਰਦੇ ਹੋ ਜਿਸ ਨਾਲ ਤੁਹਾਨੂੰ ਅਰਨਿੰਗ ਹੁੰਦੀ ਹੈ, ਤਾਂ ਉਸ ਬਾਰੇ ਵੀ ਜਾਣਕਾਰੀ ਦਿਓ, ਉਸ ਰਿਲੇਟਡ ਵੀ ਤੁਸੀਂ ਡਾਕੂਮੈਂਟ ਲਗਾਓ। ਜਾਂ ਫਿਰ ਤੁਸੀਂ ਕੋਈ ਚੀਜ਼ ਸ਼ੌਪ ਜਿਵੇਂ ਰੈਂਟ 'ਤੇ ਲਈ ਹੈ ਜਾਂ ਫਿਰ ਜਿਹੜੀ ਤੁਸੀਂ ਖੇਤੀਬਾੜੀ ਕਰਦੇ ਹੋ ਜ਼ਮੀਨ ਠੇਕੇ 'ਤੇ ਲਈ ਹੋਈ ਹੈ ਤਾਂ ਉਸ ਦੇ ਵੀ ਡਾਕੂਮੈਂਟ ਲਗਾਓ ਕਿ ਇੰਨੇ ਸਮੇਂ ਲਈ ਤੁਸੀਂ ਠੇਕੇ 'ਤੇ ਲਈ ਹੋਈ ਹੈ ਤੇ ਉਸ ਨੂੰ ਜਿੰਨੇ ਦਿਨ ਤੁਸੀਂ ਕੈਨੇਡਾ ਆਉਣਾ ਹੈ ਕੌਣ ਸੰਭਾਲੇਗਾ, ਤੇ ਜਿਹੜਾ ਬੰਦਾ ਉਹ ਸੰਭਾਲੇਗਾ ਉਸ ਤੋਂ ਵੀ ਡਾਕੂਮੈਂਟ ਲਓ ਕਿ ਹਾਂ ਇੰਨੇ ਦਿਨ ਲਈ ਉਸ ਦੀ ਰਿਸਪੌਂਸਿਬਿਲਟੀ ਹੈ ਇਹ ਚੀਜ਼ਾਂ ਨੂੰ ਸੰਭਾਲਣ ਦੀ। ਤੇ ਤੁਸੀਂ ਇਹ ਵੀ ਡਾਕੂਮੈਂਟ ਲਗਾ ਸਕਦੇ ਹੋ ਕਿ ਜੇ ਤੁਹਾਡਾ ਫੈਮਿਲੀ ਮੈਂਬਰ ਤੁਹਾਡੇ ਤੋਂ ਕੋਈ ਡਿਪੈਂਡ ਹੈ, ਜਿਵੇਂ ਕਿ ਬੱਚੇ ਹੋ ਗਏ ਜਾਂ ਫਿਰ ਪੇਰੈਂਟਸ ਹੋ ਗਏ ਜਿਨ੍ਹਾਂ ਦੀ ਹੈਲਥ ਵਾਈਜ਼ ਕੋਈ ਇਸ਼ੂ ਹਨ, ਉਹ ਤੁਹਾਡੇ 'ਤੇ ਫੁੱਲੀ ਡਿਪੈਂਡ ਹਨ, ਤਾਂ ਉਹਨਾਂ ਨੂੰ ਕੌਣ ਸੰਭਾਲੇਗਾ ਜਿੰਨੇ ਦਿਨ ਤੁਸੀਂ ਕੈਨੇਡਾ ਆਉਣਾ ਹੈ, ਉਸ ਬਾਰੇ ਵੀ ਸਾਰੇ ਡਾਕੂਮੈਂਟ ਹੋਣੇ ਚਾਹੀਦੇ ਹਨ। ਤੇ ਹਰ ਡਾਕੂਮੈਂਟ ਇਹ ਨਹੀਂ ਹੈ ਕਿ 4-5 ਪੇਜਿਸ ਦਾ ਬਣਾ ਦਿਓ ਜਿਸ ਦੇ ਵਿੱਚ ਪੂਰੀ ਸਟੋਰੀ ਦੱਸੋ, ਤੁਸੀਂ ਟੂ ਦਾ ਪੁਆਇੰਟ ਇਨਫੋਰਮੇਸ਼ਨ ਦਿਓ ਪਰ ਕਲੀਅਰ ਤੇ ਕੰਪਲੀਟ ਜਾਣਕਾਰੀ ਦੇਵੋ। ਤੇ ਜੇ ਤੁਹਾਡੇ ਕੋਲ ਕੋਈ ਘਰ ਹੈ, ਜ਼ਮੀਨ ਹੈ ਤੁਹਾਡੇ ਨਾਂ 'ਤੇ, ਉਹ ਵੀ ਤੁਸੀਂ ਇਨਫੋਰਮੇਸ਼ਨ ਦਿਓ, ਕਿਉਂਕਿ ਉਸ ਨਾਲ ਵੀ ਕਲੀਅਰ ਹੁੰਦਾ ਹੈ ਕਿ ਤੁਹਾਡੀ ਆਪਣੀ ਕੰਟਰੀ ਦੇ ਵਿੱਚ ਟਾਈਜ਼ ਬਹੁਤ ਸਟਰੋਂਗ ਹਨ, ਤੁਹਾਡੇ ਉੱਥੇ ਬਹੁਤ ਰਿਸ਼ਤੇ ਗੂੜੇ ਹਨ, ਜਿਨ੍ਹਾਂ ਕਰਕੇ ਤੁਹਾਨੂੰ ਵਾਪਸ ਮੁੜਨਾ ਪਵੇਗਾ। ਤੁਹਾਡੀ ਪ੍ਰੋਪਰਟੀ ਹੈ, ਤੁਹਾਡੇ ਕੋਈ ਘਰ ਹੈ, ਤੁਹਾਡੇ ਸ਼ੇਅਰਸ ਖਰੀਦੇ ਹੋਏ ਹਨ ਤੁਸੀਂ, ਉਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਤੇ ਜਿਸ ਪਰਸਨ ਨੇ ਤੁਹਾਨੂੰ ਇਨਵੀਟੇਸ਼ਨ ਭੇਜਿਆ ਹੈ ਉਸ ਨਾਲ ਤੁਹਾਡਾ ਕੀ ਰਿਲੇਸ਼ਨ ਹੈ ਉਸ ਬਾਰੇ ਵੀ ਡਾਕੂਮੈਂਟ ਲਗਾਓ। ਜਿਵੇਂ ਤੁਹਾਡੇ ਬ੍ਰਦਰ ਨੇ ਜਾਂ ਸਿਸਟਰ ਨੇ ਤੁਹਾਨੂੰ ਡਾਕੂਮੈਂਟ ਭੇਜਿਆ ਹੈ ਜਾਂ ਤੁਹਾਡੇ ਬੱਚਿਆਂ ਨੇ ਭੇਜਿਆ ਹੈ ਤਾਂ ਉਸ ਰਿਲੇਟਡ ਜਿਵੇਂ ਬਰਥ ਡੇਟ ਹੋ ਗਿਆ ਜਾਂ ਕੋਈ ਹੋਰ ਡਾਕੂਮੈਂਟ ਹੋ ਗਿਆ ਜਿਸ ਨਾਲ ਤੁਹਾਡੀ ਕਲੈਰਿਟੀ ਹੁੰਦੀ ਹੈ ਕਿ ਹਾਂ ਜੇ ਤੁਸੀਂ ਬ੍ਰਦਰ ਸਿਸਟਰ ਹੋ ਤਾਂ ਤੁਹਾਡੇ ਪੇਰੈਂਟਸ ਦੇ ਨੇਮ ਤੁਹਾਡੇ ਦੋਨਾਂ ਦੇ ਡਾਕੂਮੈਂਟਸ ਤੇ ਬਿਲਕੁਲ ਸੇਮ ਹਨ। ਤਾਂ ਇਹ ਚੀਜ਼ਾਂ ਦੀ ਕਲੈਰਿਟੀ ਕਰਨੀ ਬਹੁਤ ਜ਼ਰੂਰੀ ਹੈ। ਜਿੰਨੀ ਤੁਸੀਂ ਕਲੈਰਿਟੀ ਕਰੋਗੇ ਉਨਾ ਹੀ ਵੀਜ਼ਾ ਆਫਿਸਰ ਨੂੰ ਈਜ਼ੀ ਹੋਏਗਾ ਤੁਹਾਡੇ ਕੇਸ ਅੰਡਰਸਟੈਂਡ ਕਰਨ ਵਿੱਚ ਤੇ ਤੁਹਾਨੂੰ ਵੀਜ਼ਾ ਦੇਣ ਵਿੱਚ। ਵੀਜ਼ਾ ਰਿਫਿਊਜ਼ਲ ਸਿਰਫ ਇਹੀ ਕਾਰਨਾਂ ਕਰਕੇ ਹੁੰਦਾ ਹੈ ਜਦ ਵੀਜ਼ਾ ਆਫਿਸਰ ਨੂੰ ਕਲੈਰਿਟੀ ਨਹੀਂ ਹੁੰਦੀ ਕਿ ਹਾਂ ਤੁਸੀਂ ਜਦ ਕੈਨੇਡਾ ਦੇ ਵਿੱਚ ਆਏ ਹੋ ਤਾਂ ਉਸ ਤੋਂ ਬਾਅਦ ਵਾਪਸ ਜਾਓਗੇ। ਜੇ ਤੁਸੀਂ ਬਹੁਤ ਲੰਬੇ ਸਮੇਂ ਲਈ ਅਪਲਾਈ ਕਰ ਰਹੇ ਹੋ ਤਾਂ ਉਸ ਤੋਂ ਵੀ ਥੋੜ੍ਹੀ ਇਹ ਕਲੈਰਿਟੀ ਹੋ ਜਾਂਦੀ ਹੈ ਕਿ ਤੁਹਾਡੇ 'ਤੇ ਰਿਸਪੌਂਸਿਬਿਲਿਟੀਜ਼ ਘੱਟ ਹਨ, ਤੁਸੀਂ ਵਾਪਸ ਆ ਕੇ ਕੈਨੇਡਾ ਨਹੀਂ ਜਾਓਗੇ। ਤਾਂ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਤੁਸੀਂ ਆਪਣੇ ਡਾਕੂਮੈਂਟਸ ਨਾਲ ਕਲੀਅਰ ਕਰੋ ਕਿਉਂਕਿ ਤੁਹਾਡੇ ਤੋਂ ਡਾਇਰੈਕਟਲੀ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਣਾ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸਾਨੂੰ ਜ਼ਰੂਰ ਦੱਸਣਾ, ਤੇ ਜੇ ਕੋਈ ਵੀਡੀਓ ਦੇ ਵਿੱਚ ਕਮੀ ਰਹੀ ਹੋਵੇ ਤਾਂ ਉਸ ਬਾਰੇ ਵੀ ਜ਼ਰੂਰ ਦੱਸਣਾ, ਅਸੀਂ ਜ਼ਰੂਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਸੰਬੰਧਿਤ ਸਹੀ ਅਤੇ ਸਬੂਤ ਦੇ ਨਾਲ ਤਾਜ਼ਾ ਖਬਰਾਂ ਲੈ ਕੇ। ਸਤਿ ਸ਼੍ਰੀ ਅਕਾਲ।